ਖਲਾ ਵੀ ਬਹੁਤ ਵੱਡਾ ਹੈ, ਘਾਟਾ ਵੀ ਬਹੁਤ ਵੱਡਾ ਆ। ਪਰ ਕਹਿੰਦੇ ਨਾ ਕਿ ਕੌਣ ਕਵੇ ਤੈਨੂੰ ਡਾਢਿਆ ਰੱਬਾ, ਇੰਜ ਨਹੀਂ ਇੰਜ ਕਰ। ਜਿਹੜੀਆਂ ਸਾਹਿਬ ਦੀਆਂ ਕੀਤੀਆਂ ਉਹ ਫਿਰ ਉਹਦੇ ਅੱਗੇ ਤਾਂ ਕੋਈ ਜ਼ੋਰ ਨਹੀਂ ਨਾ। ਕਈ ਵਾਰ ਵੀਡੀਓਜ਼ ਦੇ ਵਿੱਚ ਉਹਨਾਂ ਦਾ ਸੁਭਾਅ ਜਿਹੜਾ ਕਾਫੀ ਸ਼ਰਾਰਤੀ ਜਾਂ ਫਿਰ ਮਜ਼ਾਕੀਆ ਸੀਗਾ। ਤੁਹਾਡੇ ਨਾਲ ਕੋਈ ਇਹੋ ਜਿਹੀ ਯਾਦ ਜੁੜੀ ਹੋਵੇ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਆਵਾਜ਼ ਬਦਲ ਕੇ ਮੇਰੇ ਘਰ ਮੇਰੀ ਬੀਵੀ ਨੂੰ ਫੋਨ ਕਰ ਦੇਵੇ ਕਿ ਮੈਂ ਮਾफ़ੀ ਚਾਹੁੰਦਾ, ਮੇਰੇ ਤੋਂ ਦੂਜਾ ਵਿਆਹ ਹੋ ਗਿਆ ਅਤੇ ਮੈਂ ਸਾਹਮਣੇ ਤਾਂ ਨਹੀਂ ਤੁਹਾਡੇ ਹੋ ਸਕਦਾ, ਲੇਕਿਨ ਗਲਤੀ ਹੋ ਗਈ ਆ। ਉਹਦੇ 'ਚੋਂ ਇੱਕ ਬੱਚਾ ਵੀ ਹੈ ਅਤੇ ਮੈਨੂੰ ਮਾफ़ ਕਰ ਦਿਓ ਜੇ ਮੈਂ ਲੈ ਕੇ ਨਾਲ ਆ ਜਾਵਾਂ। ਅਤੇ ਤੁਸੀਂ ਘਰ ਐਂਟਰ ਹੋ ਅਤੇ ਤੁਹਾਡੇ ਵੈਲਕਮ ਦੀ ਬਜਾਏ ਜੁੱਤੀਆਂ ਪੈਣ ਘਰ 'ਚ, ਅਤੇ ਤੁਹਾਨੂੰ ਪਤਾ ਹੀ ਨਾ ਲੱਗੇ ਕੀ ਹੋਇਆ। ਅਤੇ ਫੋਨ ਉਹਦਾ ਕੀਤਾ ਹੁੰਦਾ ਸੀ। ਇਸ ਤਰ੍ਹਾਂ ਦੀ ਵੀ ਆਦਤ ਸੀ। ਕੋਈ ਤੁਹਾਡੇ ਨਾਲ ਇੱਦਾਂ ਦੀ ਕੁਝ ਕੀਤਾ ਸੀ? ਤੁਸੀਂ ਬੜੇ ਕੌਨਫੀਡੈਂਸ ਨਾਲ ਦੱਸ ਰਹੇ ਹੋ ਕਿ ਇਹ ਗੱਲ ਹੋਈ ਹੈ। ਇਹ ਕੁਛ ਕੀਤਾ। ਇੱਕ ਮੇਰੇ ਨਾਲ ਵੀ ਹੋਇਆ। ਇੱਕ ਕਵਾਲ ਸੀ ਮਲੇਰਕੋਟਲੇ ਦਾ, ਸ਼ੌਕਤ ਮਤੋਈ ਛਿੰਦਾ ਸਾਹਿਬ ਹੈ ਨਾ, ਸੁਰਿੰਦਰ ਛਿੰਦਾ ਸਾਹਿਬ, ਉਹਨਾਂ ਦੀ ਆਵਾਜ਼ 'ਚ ਬੋਲਿਆ ਕਿ ਮੇਰੇ ਘਰ ਪਾਸਪੋਰਟ ਔਰ ਆਪਣਾ ਟੈਚੀ ਕੇਸ ਲੈ ਕੇ ਪਹੁੰਚ ਜਾਣਾ, ਤੇਰੀ ਫਲਾਈਟ ਹੈ, ਵੀਜ਼ਾ ਔਨ ਅਰਾਈਵਲ ਆਪਾਂ ਲੈ ਲਾਂਗੇ। ਤਿਆਰ ਹੋ ਕੇ ਨਵੇਂ ਕੱਪੜੇ ਛੱਪੜੇ ਮੌਜੇ ਮਾਜੇ ਪਾ ਕੇ ਨਵੇਂ ਪਹੁੰਚ ਗਿਆ ਉੱਥੇ। ਜਦੋਂ ਪਹੁੰਚਿਆ ਤੇ ਉਹ ਕਹਿੰਦਾ ਜੀ ਕਦੋਂ ਦੀ ਫਲਾਈਟ ਹੈ? ਤੇ ਉਹ ਕਹਿੰਦਾ ਕਿਹੜੀ ਫਲਾਈਟ ਹੋਏ? ਮੈਂ ਤਾਂ ਇੱਥੇ ਖਾੜਾ ਲਾਉਣ ਚੱਲਿਆ ਜਗਰਾਓਂ ਵੱਲ। ਤੇ ਫਿਰ ਪਤਾ ਚੱਲਾ ਕਿ ਇਹ ਸ਼ਰਾਰਤ ਸੀ। ਤੁਸੀਂ ਦੇਖੋ ਉਹਦਾ ਇਹ ਵੀ ਸੁਭਾਅ ਸੀ। ਸਿੰਗਿੰਗ ਦਾ ਤਾਂ ਕਮਾਲ ਸੀਗਾ। ਉਹਦਾ ਦਿਲ ਕਰੇ ਮਾਣਕ ਸਾਹਿਬ ਬਣ ਜਾਏ ਗਾਉਣ ਲੱਗਿਆ। ਤੁਹਾਨੂੰ ਅੱਖਾਂ ਮੀਟ ਕੇ ਸੁਣੋਗੇ ਮਾਣਕ ਸੁਣਾਈ ਦੇਵੇਗਾ, ਅੱਖਾਂ ਮੀਟੋਗੇ ਯਮਲਾ ਜੀ ਆ ਜਾਣਗੇ, ਅੱਖਾਂ ਮੀਟੋਗੇ ਛਿੰਦਾ ਸਾਹਿਬ, ਸਦੀਕ ਸਾਹਿਬ, ਗੁਰਦਾਸ ਮਾਨ ਸਾਹਿਬ, ਸਭ ਆਰਟਿਸਟਾਂ ਦਾ ਇੱਕੋ ਹੀ ਜਾਦੂਗਰ ਸੀ ਬਸ। ਨਿੱਜੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਘਾਟਾ ਮਹਿਸੂਸ ਕਰਦੇ ਹੋ ਉਹਨਾਂ ਦਾ? ਨਿੱਜੀ ਜ਼ਿੰਦਗੀ 'ਚ ਤੁਸੀਂ ਦੇਖ ਲਓ ਕਿ ਇਸ ਤੋਂ ਵੱਧ ਕਿਸਮਤ ਕੌਣ ਬੰਦਾ ਹੁੰਦਾ ਵੀ ਵਾਕਫੀਅਤ ਇੰਨੀ ਹੋਵੇ ਕਿ ਗਿਣੀ ਨਾ ਜਾਵੇ, ਤੇ ਯਾਰ ਇੱਕ ਵੀ ਨਾ ਰਵੇ, ਤੇ ਫਾਇਦਾ ਕੀ ਜੀਣ ਦਾ। ਐਜ਼ ਅ ਆਰਟਿਸਟ ਵੀ ਬਹੁਤ ਲੰਬਾ ਘੇਰਾ ਆ, ਦੋਸਤ ਬਹੁਤ ਘੱਟ ਰਹਿ ਗਏ ਆ। ਉਹਦੇ ਲਈ ਇੱਕ ਖਾਸ ਤਰ੍ਹਾਂ ਦਾ ਲੋਨਲੀਨੈਸ ਜੀ, ਜਦੋਂ ਇਕੱਲੇ ਬੈਠਦੇ ਆ, ਕਹਿੰਦੇ ਭੀੜ ਮੇਂ ਵੀ ਤਨਹਾ ਦਿਖਾਈ ਦੇਤਾ ਹੈ। ਇਹੋ ਜਿਹੀ ਹਾਲਤ ਹੀ ਹੈ ਬਸ। ਭੀੜ ਬਹੁਤ ਹੈ, ਦੋਸਤ ਨਹੀਂ। ਪਿਛਲੇ ਦਿਨੀ ਪੰਜਾਬ ਦਾ ਇੱਕ ਸੱਚਾ ਸੁਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਸਰਦੂਲ ਸਿਕੰਦਰ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਹਮੇਸ਼ਾ ਲਈ ਸਾਡੇ ਤੋਂ ਦੂਰ ਚਲੇ ਗਏ, ਪਰ ਉਹਨਾਂ ਦੀਆਂ ਲੇਖਣੀ, ਉਹਨਾਂ ਦੀ ਗਾਇਕੀ ਹਮੇਸ਼ਾ ਸਾਡੇ ਵਿੱਚ ਰਹੇਗੀ। ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਊਗਾ। ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ, ਪਰ ਅੱਜ ਉਹਨਾਂ ਦੀਆਂ ਅਣਸੁਣੀਆਂ ਚੀਜ਼ਾਂ ਤੁਹਾਨੂੰ ਸੁਣਾਵਾਂਗੇ। ਹੰਸਰਾਜ ਹੰਸ ਜੀ ਮੇਰੇ ਨਾਲ ਨੇ, ਉਹਨਾਂ ਦੇ ਬੇਹੱਦ ਕਰੀਬੀ ਮਿੱਤਰ ਰਹੇ ਨੇ, ਇਕੱਠਿਆਂ ਨੇ ਬਹੁਤ ਪ੍ਰੋਗਰਾਮ ਵੀ ਕੀਤੇ ਨੇ, ਅਤੇ ਇਕੱਠੇ ਰਹਿ ਕੇ ਇਹਨਾਂ ਦੀਆਂ ਯਾਦਾਂ ਬਹੁਤ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਗੱਲਬਾਤ ਕਰਦੇ ਹਾਂ ਅਤੇ ਸਰਦੂਲ ਸਿਕੰਦਰ ਸਾਹਿਬ ਦੀ ਜੀਵਨੀ ਉੱਤੇ ਵੀ ਝਾਤ ਪਾਵਾਂਗੇ, ਅਤੇ ਇਹਨਾਂ ਦੇ ਨਾਲ ਜੋ ਯਾਦਾਂ ਹੈਗੀਆਂ ਨੇ ਉਸ ਯਾਦਾਂ ਦੇ ਉੱਪਰ ਵੀ ਤੁਹਾਨੂੰ ਚਾਨਣਾ ਪਾਵਾਂਗੇ। ਸਭ ਤੋਂ ਪਹਿਲਾਂ ਤਾਂ ਸਰ ਸਵਾਗਤ। ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡਾ ਘਾਟਾ ਇਸ ਇੰਡਸਟਰੀ ਨੂੰ, ਇਸ ਸੰਸਾਰ ਨੂੰ, ਪੰਜਾਬ ਨੂੰ ਪਿਆ ਉਹਨਾਂ ਦੇ ਜਾਣ ਦੇ ਨਾਲ। ਤੁਹਾਡੇ ਨਾਲ ਬਹੁਤ ਕਰੀਬੀ ਸੀਗੇ ਉਹ, ਤੁਹਾਡੇ ਨਾਲ ਬਹੁਤ ਵੱਡਾ ਜਿਹੜਾ ਜ਼ਿਆਦਾ ਪਿਆਰ ਸੀਗਾ। ਅੱਜ ਕਿਹੜੀ ਗੱਲ ਜਿਹੜੀ ਆ ਯਾਦ ਆ ਰਹੀ ਆ ਉਹਨਾਂ ਦੀ, ਕਿਉਂਕਿ ਹੁਣ ਉਹ ਆਵਾਜ਼ ਹਮੇਸ਼ਾ ਲਈ ਬੰਦ ਹੋ ਗਈ ਆ? ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਦੱਸਿਆ ਕਿ ਸੰਗੀਤ ਜਗਤ ਨੂੰ ਔਰ ਉਹਨਾਂ ਦੇ ਫੈਨਸ ਨੂੰ, ਉਹਨਾਂ ਨੂੰ ਮੁਹੱਬਤ ਕਰਨ ਵਾਲਿਆਂ ਨੂੰ ਬਹੁਤ ਵੱਡਾ ਘਾਟਾ ਆ। ਦੂਜੇ ਨੰਬਰ 'ਤੇ ਸਾਡੇ ਵਰਗੇ ਉਹਨਾਂ ਦੇ ਹਮਅਸਰ ਕਹਿ ਲਓ, ਸਮਕਾਲੀ ਕਹਿ ਲਓ, ਉਸ ਤੋਂ ਅੱਗੇ ਭਰਾ ਕਹਿ ਲਓ, ਭਰਾਵਾਂ ਵਰਗਾ ਪਿਆਰ ਸੀ। ਘਾਟਾ ਆ ਜਿਹੜਾ ਸਾਰੀ ਜ਼ਿੰਦਗੀ, ਝਟਕਾ ਵੀ ਹੈ, ਘਾਟਾ ਵੀ ਹੈ, ਇੱਕ ਰੋਣਾ ਵੀ ਹੈ ਉਮਰਾਂ ਦਾ। ਅਤੇ ਸਭ ਅੱਵਲ ਜਿਹੜਾ ਹੈਗਾ, ਜਿਹੜਾ ਪਤਾ ਨਹੀਂ ਕਦੋਂ ਉਹਨਾਂ ਨੂੰ ਸਬਰ ਆਏਗਾ, ਉਹ ਉਹਨਾਂ ਦੇ ਦੋਨੇ ਬੇਟੇ ਔਰ ਅਮਰ ਨੂਰੀ ਸਾਹਿਬਾ ਔਰ ਉਹਨਾਂ ਦੀ ਸਿਸਟਰ। ਅਤੇ ਹੈ ਤਾਂ ਬਹੁਤ ਤਕਲੀਫ ਦੇ। ਖਲਾ ਵੀ ਬਹੁਤ ਵੱਡਾ ਹੈ, ਘਾਟਾ ਵੀ ਬਹੁਤ ਵੱਡਾ ਆ। ਪਰ ਕਹਿੰਦੇ ਨਾ ਕਿ ਕੌਣ ਕਵੇ ਤੈਨੂੰ ਡਾਢਿਆ ਰੱਬਾ, ਇੰਜ ਨਹੀਂ ਇੰਜ ਕਰ। ਜਿਹੜੀਆਂ ਸਾਹਿਬ ਦੀਆਂ ਕੀਤੀਆਂ ਉਹ ਫਿਰ ਉਹਦੇ ਅੱਗੇ ਤਾਂ ਕੋਈ ਜ਼ੋਰ ਨਹੀਂ ਨਾ। ਸਾਨੂੰ ਤਾਂ ਜੰਮਦਿਆਂ ਹੀ ਸਿਖਾਇਆ ਜਾਂਦਾ ਨਾ। ਅਰਦਾਸ 'ਚ ਵੀ ਆਪਾਂ ਇਹੀ ਕਹਿੰਦੇ ਕਿ ਜਿੰਨੇ ਵੀ ਸਵਾਸ ਲਿਖੇ ਸੀ ਉਹਨਾਂ ਦੀ ਪੂੰਜੀ ਕਰਦੇ ਹੋਏ
ਪਰ ਲੋਕ ਸੁਧਾਰ ਗਿਆ ਤੇ ਹੁਣ ਭਾਣਾ ਮੰਨਣ ਦਾ ਬਲ ਬਖਸ਼ੋ। ਤੇ ਇਹੀ ਮੈਂ ਵੀ ਇਹੀ ਕਹਾਂਗਾ ਜੋ ਸਿਖਾਇਆ ਸਾਨੂੰ, ਉਹਨਾਂ ਦੇ ਦੋਸਤਾਂ ਨੂੰ, ਖਾਸ ਤੌਰ 'ਤੇ ਉਹਨਾਂ ਦੇ ਪਰਿਵਾਰ ਨੂੰ ਮਾਲਕ ਸਕੂਨ, ਥੋੜ੍ਹਾ ਚੈਨ ਔਰ ਪ੍ਰੈਕਟੀਕਲੀ ਲਿਟਲ ਹੈ ਮੁਸ਼ਕਿਲ ਹੈ, ਥੋੜ੍ਹਾ ਜਿਹਾ ਸਕੂਨ ਜ਼ਰੂਰ ਮਾਲਕ ਦੇਵੇ। ਅੱਛਾ, ਅਸੀਂ ਅਕਸਰ ਵੀਡੀਓਜ਼ ਦੇਖਦੇ ਹਾਂ, ਅਕਸਰ ਉਹਨਾਂ ਦੇ ਗੀਤਾਂ ਨੂੰ ਵੀ ਸੁਣਦੇ ਹਾਂ। ਕਈ ਵਾਰ ਵੀਡੀਓਜ਼ ਦੇ ਵਿੱਚ ਉਹਨਾਂ ਦਾ ਸੁਭਾਅ ਜਿਹੜਾ ਕਾਫੀ ਸ਼ਰਾਰਤੀ ਜਾਂ ਫਿਰ ਮਜ਼ਾਕੀਆ ਸੀਗਾ। ਤੁਹਾਡੇ ਨਾਲ ਕੋਈ ਇਹੋ ਜਿਹੀ ਯਾਦ ਜੁੜੀ ਹੋਵੇ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਕੁਛ ਲੋਕ ਹੁੰਦੇ ਦੁਖੀ ਮਨ ਮੇਰੇ, ਜਿੱਥੇ ਬਹਿਣਾ ਆਪਣਾ ਮੂਡ ਵੀ ਖਰਾਬ ਕਰ ਲੈਣਾ ਤਾਂ ਅਗਲੇ ਦਾ ਵੀ ਕਰ ਦੇਣਾ। ਕੁਛ ਲੋਕ ਹੁੰਦੇ ਆ ਜਿੱਥੇ ਬਹਿ ਜਾਣ ਦਿਨ ਨੂੰ, ਉਸ ਮਹਿਫਲ ਨੂੰ, ਉਹਨਾਂ ਪਲਾਂ ਨੂੰ ਉਤਸਵ ਬਣਾ ਦਿੰਦੇ ਆ। ਉਹ ਉਹਨਾਂ ਬੰਦਿਆਂ 'ਚੋਂ ਸੀ। ਜਦੋਂ ਵੀ ਜਿੱਥੇ ਵੀ ਜਿਸ ਮਹਿਫਲ 'ਚ ਬੈਠੇ ਆ, ਥੋੜ੍ਹੀ ਦੇਰ ਬਾਅਦ ਉੱਚੇ ਉੱਚੇ ਕਹਿ ਕਹੇ ਹਾਸੇ ਸੁਣਾਈ ਦੇਣ ਲੱਗ ਪੈਂਦੇ ਸੀ। ਸੈਂਸ ਆਫ ਹਿਊਮਰ ਕਮਾਲ ਦਾ ਸੀ, ਨੇਚਰ ਕਮਾਲ ਦੀ ਸੀ, ਕੁਦਰਤ ਵੱਲੋਂ ਹੀ ਆਮਦ ਇੱਦਾਂ ਦੀ ਹੁੰਦੀ ਸੀ। ਅਤੇ ਵਰਸੇਟਾਈਲ ਸਿੰਗਰ ਤੋਂ ਸੀਗੀ, ਜਿੱਦਾਂ ਦਿਲ ਕਰੇ ਉਹਦਾ। ਇਹ ਵੀ ਹੋ ਸਕਦਾ ਕਿ ਆਵਾਜ਼ ਬਦਲ ਕੇ ਮੇਰੇ ਘਰ ਮੇਰੀ ਬੀਵੀ ਨੂੰ ਫੋਨ ਕਰ ਦੇਵੇ ਕਿ ਮੈਂ ਮਾफ़ੀ ਚਾਹੁੰਦਾ, ਮੇਰੇ ਤੋਂ ਕੋਈ ਦੂਜਾ ਵਿਆਹ ਹੋ ਗਿਆ ਅਤੇ ਮੈਂ ਸਾਹਮਣੇ ਤਾਂ ਨਹੀਂ ਤੁਹਾਡੇ ਹੋ ਸਕਦਾ, ਲੇਕਿਨ ਗਲਤੀ ਹੋ ਗਈ ਆ, ਉਹਦੇ 'ਚੋਂ ਇੱਕ ਬੱਚਾ ਵੀ ਹੈ, ਅਤੇ ਮੈਨੂੰ ਮਾफ़ ਕਰ ਦਿਓ ਜੇ ਮੈਂ ਲੈ ਕੇ ਨਾਲ ਆ ਜਾਵਾਂ। ਅਤੇ ਤੁਸੀਂ ਘਰ ਐਂਟਰ ਹੋ ਅਤੇ ਤੁਹਾਡੇ ਵੈਲਕਮ ਦੀ ਬਜਾਏ ਜੁੱਤੀਆਂ ਪੈਣ ਘਰ 'ਚ, ਅਤੇ ਤੁਹਾਨੂੰ ਪਤਾ ਹੀ ਨਾ ਲੱਗੇ ਕੀ ਹੋਇਆ। ਅਤੇ ਫੋਨ ਉਹਦਾ ਕੀਤਾ ਹੁੰਦਾ ਸੀ। ਇਸ ਤਰ੍ਹਾਂ ਦੀ ਵੀ ਆਦਤ ਸੀ। ਕੋਈ ਤੁਹਾਡੇ ਨਾਲ ਇੱਦਾਂ ਦੀ ਕੁਝ ਕੀਤਾ ਸੀ? ਤੁਸੀਂ ਬੜੇ ਕੌਨਫੀਡੈਂਸ ਨਾਲ ਦੱਸ ਰਹੇ ਹੋ ਕਿ ਇਹ ਗੱਲ ਹੋਈ ਹੈ। ਇਹੀ ਕੁਛ ਕੀਤਾ। ਇੱਕ ਮੇਰੇ ਨਾਲ ਵੀ ਹੋਇਆ। ਅਤੇ ਆਪਣੇ ਇੱਕ ਆਰਟਿਸਟ ਨੂੰ ਉਹਨਾਂ ਨੇ ਕਿਹਾ ਕਿ ਮੇਰੇ ਘਰ ਸਵੇਰੇ ਪਹੁੰਚ ਜੀ। ਇੱਕ ਕਵਾਲ ਸੀ ਮਲੇਰਕੋਟਲੇ ਦਾ, ਸ਼ੌਕਤ ਮਤੋਈ, ਛਿੰਦਾ ਸਾਹਿਬ ਹੈ ਨਾ, ਸੁਰਿੰਦਰ ਛਿੰਦਾ ਸਾਹਿਬ, ਉਹਨਾਂ ਦੀ ਆਵਾਜ਼ 'ਚ ਬੋਲਿਆ ਕਿ ਮੇਰੇ ਘਰ ਪਾਸਪੋਰਟ ਔਰ ਆਪਣਾ ਟੈਚੀ ਕੇਸ ਲੈ ਕੇ ਪਹੁੰਚ ਜਾਣਾ, ਤੇਰੀ ਫਲਾਈਟ ਹੈ, ਵੀਜ਼ਾ ਔਨ ਅਰਾਈਵਲ ਆਪਾਂ ਲੈ ਲਾਂਗੇ। ਤਿਆਰ ਹੋ ਕੇ ਨਵੇਂ ਕੱਪੜੇ ਛੱਪੜੇ ਮੌਜੇ ਮਾਜੇ ਪਾ ਕੇ ਨਵੇਂ ਪਹੁੰਚ ਗਿਆ ਉੱਥੇ। ਜਦੋਂ ਪਹੁੰਚਿਆ ਤੇ ਉਹ ਕਹਿੰਦਾ ਜੀ ਕਦੋਂ ਦੀ ਫਲਾਈਟ ਹੈ? ਤੇ ਉਹ ਕਹਿੰਦਾ ਕਿਹੜੀ ਫਲਾਈਟ ਹੋਏ? ਮੈਂ ਤਾਂ ਇੱਥੇ ਖਾੜਾ ਲਾਉਣ ਚੱਲਿਆ ਜਗਰਾਓਂ ਵੱਲ। ਤੇ ਫਿਰ ਪਤਾ ਚੱਲਾ ਕਿ ਇਹ ਸ਼ਰਾਰਤ ਸੀ। ਤੁਸੀਂ ਦੇਖੋ ਉਹਦਾ ਇਹ ਵੀ ਸੁਭਾਅ ਸੀ। ਤੇ ਵਿਆਹ ਵਾਲਾ ਫੋਨ ਤੁਹਾਡੇ ਘਰੇ ਕੀਤਾ? ਨਹੀਂ, ਓਕੇ, ਹੁਣ ਛੱਡੋ ਪਰੇ। ਤੇ ਮਤਲਬ ਇਹੀ ਮਸਲਾ ਹੈ। ਉਹਦਾ ਕੋਈ ਇੰਟੈਂਸ਼ਨ ਨਾ ਕਿਸੇ ਦਾ ਦਿਲ ਦਿਖਾਉਣਾ ਹੁੰਦਾ ਸੀ, ਐਵੇਂ ਮਜ਼ਾਕੀਆ ਜਿਹਾ ਸੀਗਾ। ਤੇ ਜਿੱਥੇ ਤੱਕ ਸਿੰਗਿੰਗ ਦਾ ਤਾਲੁਕ ਆ, ਸਿੰਗਿੰਗ ਦਾ ਤਾਂ ਕਮਾਲ ਸੀਗਾ। ਉਹਦਾ ਦਿਲ ਕਰੇ ਮਾਣਕ ਸਾਹਿਬ ਬਣ ਜਾਏ ਗਾਉਣ ਲੱਗਿਆ। ਤੁਹਾਨੂੰ ਅੱਖਾਂ ਮੀਟ ਕੇ ਸੁਣੋਗੇ ਮਾਣਕ ਸੁਣਾਈ ਦੇਵੇਗਾ, ਅੱਖਾਂ ਮੀਟੋਗੇ ਯਮਲਾ ਜੀ ਆ ਜਾਣਗੇ, ਅੱਖਾਂ ਮੀਟੋਗੇ ਛਿੰਦਾ ਸਾਹਿਬ, ਸਦੀਕ ਸਾਹਿਬ, ਗੁਰਦਾਸ ਮਾਨ ਸਾਹਿਬ, ਸਭ ਆਰਟਿਸਟਾਂ ਦਾ ਇੱਕੋ ਹੀ ਜਾਦੂਗਰ ਸੀ। ਬਸ ਆਵਾਜ਼ ਵੀ ਉੱਦਾਂ ਦੀ ਕਰ ਲੈਂਦਾ ਸੀ, ਗੱਲਬਾਤ ਔਰ ਗਾਣਾ ਵੀ ਉਸ ਤਰ੍ਹਾਂ ਦਾ। ਤੇ ਆਖਰੀ ਵਾਰੀ ਗੱਲ ਸਰਦੂਲ ਸਿਕੰਦਰ ਸਾਹਿਬ ਹੋਣਾ ਨਾਲ ਕਦੋਂ ਹੋਈ ਤੇ ਕੀ ਗੱਲ ਹੋਈ ਸੀ? ਮੇਰੀ ਆਖਰੀ ਜਿਹੜੀ ਫਿਜ਼ੀਕਲੀ ਮੁਲਾਕਾਤ ਲੰਬੀ ਹੋਈ, ਬਹੁਤ ਹੋਇਆ ਕਿ ਬਦਕਿਸਮਤੀ ਨਾਲ ਉਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ, ਭਰਪੂਰ ਅਲੀ। ਤੇ ਦਿੱਲੀ ਤੋਂ ਮੈਂ ਆਉਣਾ ਸੀਗਾ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਆਉਣ 'ਚ ਕਿੰਨੀਆਂ ਦਿੱਕਤਾਂ ਨੇ। ਸਾਲ ਕੁ ਪੁਰਾਣੀ ਗੱਲ ਹੈ ਵੈਸੇ ਇਹ। ਕਰੋਨਾ ਜਿਆਦਾ ਵੀ ਬੜਾ ਉਦੋਂ ਸੀਗਾ ਭਰਮਾਰ। ਤੇ ਮੈਂ ਕਿਹਾ ਜਾਣਾ ਜ਼ਰੂਰ ਹੈ, ਕਿਉਂਕਿ ਤਿੰਨਾਂ ਨਾਲ ਹੀ ਬਹੁਤ ਜ਼ਿਆਦਾ ਪਿਆਰ ਸੀ ਪੁਰਾਣਾ। ਇਕੱਠੇ ਸ਼ੁਰੂ ਹੋਏ ਸੀ ਸਾਰੇ, ਉਹ ਵੀ ਭਰਾਵਾਂ ਵਾਂਗ ਸੀ। ਇਹਨਾਂ ਜਰਾ ਜ਼ਿਆਦਾ ਕਲੋਜ਼ਨੈਸ ਸੀ। ਤੇ ਉਹ ਇਸ ਕਰਕੇ ਜ਼ਿਆਦਾ ਪਿਆਰ ਕਰਦੇ ਸੀ। ਮੇਰੇ ਭਰਾ ਦੇ ਦੋਸਤ ਆ ਹੰਸ ਤੇ ਸਰਦੂਲ ਇਕੱਠੇ ਹੀ ਆ। ਹੁਣ ਉਹਨਾਂ ਦੇ ਭੋਗ ਸੀਗਾ ਤੇ ਮੈਂ ਬਿਨਾਂ ਦੱਸਿਆਂ ਹੀ ਪਿੰਡ ਚਲੇ ਗਿਆ, ਖੇੜੀ ਨੌ ਸਿੰਘ। ਤੇ ਫਿਰ ਮੈਨੂੰ ਦੇਖ ਕੇ ਹੈਰਾਨ ਵੀ ਹੋਇਆ। ਮੈਂ ਕਿ ਪੁੱਛਿਆ ਤੇ ਇਹਨੇ ਮਨਾ ਕਰ ਦੇਣਾ। ਤੇ ਫਿਰ ਮੈਂ ਚਲੇ ਗਿਆ। ਉੱਥੇ ਬੈਠੇ ਤੋਂ ਕਹਿੰਦੇ ਤੂੰ ਖੰਨੇ ਵਾਲੇ ਘਰ ਆ ਜਾਣਾ ਸੀ, ਇੱਥੇ ਕੱਲ੍ਹ ਹੀ ਆਉਣਾ ਸੀ। ਮੈਂ ਕਿਹਾ ਇੱਥੇ ਮੈਨੂੰ ਕੀ ਆ, ਮੈਨੂੰ ਤਾਂ ਇਹ ਪਿੰਡ ਹੀ ਚੰਗਾ ਤੁਹਾਡਾ ਕਰਕੇ ਲੱਗਦਾ। ਤੇ ਆਪਣੇ ਬੱਚਿਆਂ ਨੂੰ ਫਿਰ ਕੋਈ ਇਸ਼ਾਰਾ ਸ਼ੁਰਾ ਉਹਨਾਂ ਨੇ ਕੀਤਾ। ਉਹ ਫਿਰ ਉੱਥੇ ਖੰਨੇ ਵਾਲੇ ਘਰ ਲੈ ਆਏ। ਫਿਰ ਉਸ ਤੋਂ ਥੋੜ੍ਹੀ ਦੇਰ ਬਾਅਦ ਦੋਨੋਂ ਜੀ ਉੱਥੇ ਆ ਗਿਆ ਖੰਨੇ ਵਾਲੇ ਘਰ। ਹੁਣ ਤੁਸੀਂ ਦੇਖ ਲਓ ਕਿ ਗਵਈਆਂ ਦੀ ਜ਼ਿੰਦਗੀ ਆਰਟਿਸਟਾਂ ਦੀ ਕਿੱਦਾਂ ਦੀ ਹੁੰਦੀ ਹੈ। ਚਾਹ ਚੂ ਪੀਣ ਤੋਂ ਬਾਅਦ ਕਹਿੰਦਾ ਯਾਰ ਮਨ ਬੜਾ ਉਦਾਸ ਹੈ, ਵਾਜਾ ਖੋਲ ਕੇ ਸੁਣਾ ਮੈਨੂੰ। ਉਹਨਾਂ ਨੇ ਕਿਹਾ ਮੈਨੂੰ ਜੋ ਆਉਂਦਾ। ਹੁਣ ਕੋਈ ਪਬਲਿਕ ਤਾਂ ਬੈਠੀ ਨਹੀਂ ਸੀ ਉੱਥੇ, ਜਾਣਕਾਰ ਬੰਦੇ ਆਪਸ ਵਿੱਚ ਕਰਦੇ ਹੀ ਜੋ ਉੱਥੇ ਫਿਰ ਤੁਸੀਂ ਥੋੜ੍ਹਾ ਬੈਸਟ ਜੋ ਕਰ ਸਕਦੇ ਉਹਨੇ ਕਰਨਾ ਹੁੰਦਾ।
ਬੜਾ ਗਾਇਆ ਆਪਣੇ ਵੱਲੋਂ ਮੈਂ। ਫਿਰ ਇੱਕ ਸਮਾਂ ਆਇਆ ਮੈਂ ਕਿ ਤੁਸੀਂ ਵੀ ਸੁਣਾਓ ਥੋੜ੍ਹਾ ਜਿਹਾ। ਅਤੇ ਜਦੋਂ ਉਹ ਸਟਾਰਟ ਹੋਇਆ ਉਦਣ ਮੈਨੂੰ ਪਹਿਲੀ ਵਾਰੀ ਰੀਅਲਾਈਜ਼ ਹੋਇਆ ਕਿ ਕਿਸੇ ਗਲਤ ਫਹਿਮੀ 'ਚ ਜਿਉਂਦੇ ਰਹੇ, ਇਹ ਮੇਰੇ ਤੋਂ ਬਹੁਤ ਵੱਡਾ ਆਰਟਿਸਟ ਹੈ ਟੈਕਨੀਕਲੀ। ਉਹਨਾਂ ਨੇ ਉਹ ਕੰਪੋਜੀਸ਼ਨ ਸਟਾਰਟ ਕੀਤੀ ਜਿਹੜੀ ਮੇਰੀ ਸਮਝ ਤੋਂ ਬਾਹਰ ਸੀਗੀ, ਅਤੇ ਸਮਝਦਾ ਮੈਂ ਵੀ ਆਪਣੇ ਆਪ ਨੂੰ ਬਹੁਤ ਵੱਡਾ ਗਵਈਆ ਸੀ। ਅਤੇ ਫਿਰ ਜਦੋਂ ਆਪਣੀ ਮਾਰਕਿੰਗ ਆਪ ਵੀ ਤਾਂ ਕਰਨੀ ਚਾਹੀਦੀ ਨਾ। ਕਿਸੇ ਨੇ ਕਹਿ ਦਿੱਤਾ ਤੁਸੀਂ ਬਹੁਤ ਸੋਹਣੇ, ਤਾਂ ਆਪਣੇ ਆਪ ਨੂੰ ਧਰਮਿੰਦਰ ਹੀ ਸਮਝਣ ਲੱਗ ਪਓ। ਕਿਸੇ ਨੇ ਕਹਿ ਦਿੱਤਾ ਤੈਨੂੰ ਕੀ ਹੋ ਗਿਆ ਤੇ ਮੂੰਹ ਟੀਵੀ ਵਾਲਿਆਂ ਵਾਲਾ ਬਣਾ ਲਓ। ਇੱਦਾਂ ਨਹੀਂ, ਆਪਣਾ ਸ਼ੀਸ਼ਾ ਆਪ ਦੇਖਣਾ ਚਾਹੀਦਾ। ਉਦੋਂ ਮੈਂ ਇਮਾਨਦਾਰੀ ਨਾਲ ਜਦੋਂ ਸ਼ੀਸ਼ਾ ਦੇਖਿਆ ਤੇ ਆਪਣੀ ਮਾਰਕਿੰਗ ਕੀਤੀ ਤੇ ਮੇਰੇ ਨੰਬਰ ਬਹੁਤ ਘੱਟ ਗਏ। ਮੈਂ ਕਿਹਾ ਤੂੰ ਮੇਰੇ ਤੋਂ ਬਹੁਤ ਵੱਡਾ ਸਿੰਗਰ ਹੈ, ਮੈਂ ਐਲਾਨ ਕਰਦਾ। ਅਗਰ ਤੁਹਾਨੂੰ ਯਾਦ ਆ ਤੇ ਉਹ ਚੀਜ਼ ਜੇ ਸਾਨੂੰ ਤੁਸੀਂ ਦੱਸ ਦਿਓ, ਸੁਣਾ ਦਿਓ। ਜਾਂ ਉਹ ਟੈਕਨੀਕਲੀ ਮੈਨੂੰ ਤਾਂ ਸਮਝ ਨਹੀਂ ਆਈ। ਉਹ ਤਦੇ ਤਾਂ ਮੈਂ ਉਹਨੂੰ ਕਿਹਾ ਤੂੰ ਵੱਡਾ ਸਿੰਗਰ ਹੈ। ਮੈਂ ਸੋਚਿਆ ਨਾ ਕਿ ਮੈਂ ਵੀ ਕਰ ਸਕਦਾ। ਕਰਦੇ ਕਰਦੇ ਅਸੀਂ ਕਹੀਦਾ ਅਸੀਂ ਤਾਂ ਉਹ ਬੰਦੇ ਆ, ਗੱਲ ਵੀ ਕੋਈ ਕਰੇ ਸਾਨੂੰ ਪਤਾ ਕਿੰਨੇ ਕੁ ਰੇਂਜ ਦਾ ਸਿੰਗਰ ਹੈ। ਅਤੇ ਜੇ ਕੋਈ ਗਾਣਾ ਗਾਵੇ ਸਾਨੂੰ ਪਤਾ, ਗ੍ਰੈਮਰ ਆਉਂਦੀ ਹੈ ਨਾ ਗਾਣੇ ਦੀ, ਸਾਨੂੰ ਪਤਾ। ਤਜਰਬਾ ਹੀ ਇਹਦਾ ਇਸ ਚੀਜ਼ ਦਾ ਸਾਨੂੰ ਪਤਾ। ਉਹ ਗੱਲ ਨਹੀਂ ਸਮਝ ਆਈ ਮੇਰੇ। ਹਾਂ, ਫਿਰ ਮੈਨੂੰ ਪਤਾ ਲੱਗਾ ਕਿ ਇਹ ਬਹੁਤ ਰਿਸੈਪਟਿਵ ਵੀ ਰਿਹਾ ਸ਼ੁਰੂ ਤੋਂ, ਔਰ ਇਹਦਾ ਜ਼ੇਨ ਇੰਨਾ ਸ਼ਾਰਪ ਆ ਕਿ ਇਹਨੇ ਇਹ ਚੀਜ਼ ਜੇ ਮੈਂ ਚਾਹੁੰਦਾ ਵੀ, ਮੈਂ ਫਿਰ ਸੋਚਿਆ ਕਿ ਮੈਂ ਕਿਉਂ ਨਹੀਂ ਸਿੱਖੀ। ਫਿਰ ਮੈਨੂੰ ਇਹ ਲੱਗਾ ਜੇ ਮੈਂ ਚਾਹੁੰਦਾ ਵੀ ਨਾ ਤੇ ਮੈਂ ਇਹ ਲਗੋਤਮ ਕੱਢ ਨਹੀਂ ਸਕਦਾ ਅਲਜਬਰੇ ਵਾਲਾ। ਸੁਰਾਂ ਦਾ ਸਰਤਾਜ ਤਾਂ ਹੀ ਫਿਰ ਉਹਨਾਂ ਨੂੰ ਕਿਹਾ ਜਾਂਦਾ ਸੀ। ਇਹਦੇ 'ਚ ਵੀ ਇੱਕ ਲਗੋਤਮ ਮਹੱਤਵ ਹੁੰਦਾ, ਇਹ 'ਚ ਵੀ ਗ੍ਰੈਮਰ ਹੁੰਦੀ ਹੈ। ਅਤੇ ਸੁਰਾਂ ਦਾ ਉਹ ਵਾਕਿਆ ਸਿਕੰਦਰ ਸੀ, ਯਾਰਾਂ ਦਾ ਯਾਰ ਸੀ। ਅਤੇ ਹਰ ਬੰਦਾ ਇਹੀ ਕਹਿੰਦਾ ਮੇਰੇ ਨਾਲ ਜ਼ਿਆਦਾ ਕਲੋਜ਼ ਸੀ। ਤੁਸੀਂ ਦੇਖ ਲਓ ਕਿ ਪੂਰਾ ਜਹਾਨ ਰੋਇਆ, ਹਰ ਅੱਖ ਰੋਈ ਉਸ ਦਿਨ। ਤਾਂ ਮੈਂ ਕਿਹਾ ਜੀ ਦਿਲੋਂ ਰੋਈ ਹੈ, ਸਾਰਾ ਜਹਾਨ ਉਹਦੇ ਲਈ ਰੋਇਆ। ਅੱਛਾ ਸਰ, ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਉਹਨਾਂ ਦੇ ਪਰਿਵਾਰ ਦੇ ਬਹੁਤ ਕਰੀਬੀ ਹੋ, ਬੱਚਿਆਂ ਦੇ ਨਾਲ ਬਹੁਤ ਪਿਆਰ ਆ। ਇੱਕ ਗੱਲ ਭੁਲੇਖਾ ਆ ਕਈਆਂ ਨੂੰ ਕਿ ਉਹਨਾਂ ਦੀ ਡੈਥ ਜਿਹੜੀ ਆ ਉਹ ਕਰੋਨਾ ਕਰਕੇ ਹੋਈ ਹੈ ਕਿ ਜਾਂ ਕਿਸੇ ਹੋਰ ਕਾਰਨ ਕਰਕੇ ਹੋਈ ਆ। ਅਸਲ ਦੇ ਵਿੱਚ ਉਹਨਾਂ ਦੀ ਡੈਥ ਹੋਈ ਕਿੱਦਾਂ? ਐਕਚੁਅਲੀ ਬਹੁਤ ਪਹਿਲਾਂ ਉਹਨਾਂ ਨੂੰ ਸ਼ੂਗਰ ਹੋ ਗਈ ਸੀ। ਅਤੇ ਇਹ ਸ਼ੂਗਰ ਹੋ ਜਾਂਦੀ ਹੈ, ਕੋਈ ਗੱਲ ਨਹੀਂ। ਇਹ ਜਿਹੜਾ ਨਾ ਚੈੱਕ ਕਰਾਵੇ ਉਹਨੂੰ ਹੀ ਨਹੀਂ ਹੁੰਦੀ। ਨਹੀਂ, ਇੱਕ ਡਾਕਟਰ ਨੇ ਕਿਹਾ, ਕਹਿੰਦਾ ਜਿਹੜਾ ਨਾ ਚੈੱਕ ਕਰਾਏ ਉਹਨੂੰ ਹੀ ਨਹੀਂ ਅੱਜ ਕੱਲ੍ਹ ਸ਼ੂਗਰ। ਖਾਸ ਤੌਰ 'ਤੇ ਭਾਰਤ ਵਿੱਚ ਤਾਂ ਬਹੁਤ ਹੈ ਇਹ, ਕਿਉਂਕਿ ਇਹਨਾਂ ਨੇ ਨਾ ਖਾਣ ਪੀਣ ਲੱਗਿਆ ਸਾਰਾ। ਆਪਾਂ ਨੂੰ, ਮੈਂ ਵੀ ਇੱਦਾਂ ਦਾ ਹੀ ਹਾਂ। ਅਤੇ ਉਹ ਫਿਰ ਬਦਕਿਸਮਤੀ ਇਹ ਰਹੀ ਕਿ ਹਾਰਟ ਦੀ ਪ੍ਰੋਬਲਮ ਹੋ ਗਈ ਉਹਨਾਂ ਨੂੰ, ਬਾਈਪਾਸ ਸਰਜਰੀ ਹੋਈ ਸੀ। ਫਿਰ ਸ਼ੂਗਰ ਇੱਕ ਐਸੀ ਨਾਮਰਾਦ ਚੀਜ਼ ਹੈ, ਉਹ ਫਿਰ ਕਿਡਨੀ 'ਤੇ ਇਫੈਕਟ ਹੋ ਗਿਆ। ਕਿਡਨੀ ਦੇਖੋ, ਨੂਰੀ ਸਾਹਿਬਾ ਨੇ, ਉਹਨਾਂ ਦੀ ਧਰਮ ਪਤਨੀ ਦੇਵੀ ਕਹਿ ਲਓ, ਉਹ ਜਦੋਂ ਪਤਾ ਲੱਗਾ ਕਿਡਨੀ ਦੀ, ਅਤੇ ਉਦੋਂ ਵੀ ਮੈਂ ਗਿਆ ਸੀ ਜਦੋਂ ਕਿਡਨੀ ਦੀ ਪ੍ਰੋਬਲਮ ਹੋਈ। ਜਦੋਂ ਹਾਰਟ ਦਾ ਹੋਇਆ ਉਦੋਂ ਵੀ ਜਾਣਾ ਹੀ, ਉਹ ਮੇਰੇ ਦੁੱਖ ਸੁੱਖਾਂ ਦਾ ਮੈਂ ਉਹਦੇ। ਅਤੇ ਉਹ ਫਿਰ ਜਦੋਂ ਕਿਡਨੀ ਦਿੱਤੀ ਆ, ਉਹਦੇ 'ਚ ਬਹੁਤ ਜ਼ਿਆਦਾ ਪਰਹੇਜ਼ ਦੀ ਲੋੜ ਹੁੰਦੀ ਆ। ਕਰਦੇ ਵੀ ਰਹੇ, ਇਕੱਲੇ ਰਹਿੰਦੇ ਸੀ, ਘੱਟ ਮਿਲਦੇ ਸੀ। ਪਰਹੇਜ਼ ਤਾਂ ਕੀਤਾ ਹੋਏਗਾ, ਲੇਕਿਨ ਬਦਕਿਸਮਤੀ ਨਾਲ ਦੱਸਦੇ ਕਿਤੇ ਇੱਧਰ ਉੱਧਰ ਗਏ। ਅਤੇ ਕਰੋਨਾ ਵੀ ਹੋਇਆ ਸੀ ਬਹੁਤ ਪਹਿਲਾਂ। ਕਰੋਨਾ ਠੀਕ ਹੋ ਗਿਆ ਸੀ 100%। ਕਰੋਨਾ ਨਾਲ ਨਹੀਂ ਡੈਥ ਹੋਈ ਉਹਨਾਂ ਦੀ। ਉਹ ਫਿਰ ਬਾਅਦ ਵਿੱਚ ਕੋਈ ਜੋ ਬੱਚਿਆਂ ਨੇ ਦੱਸਿਆ ਕਿ ਫੰਗਸ ਵਗੈਰਾ ਜਾਂ ਉਹ ਇਨਫੈਕਸ਼ਨ ਜਿਹੜਾ ਉਹ ਪੂਰੀ ਬਾਡੀ 'ਚ ਫੈਲ ਗਿਆ ਸੀ। ਅਤੇ ਕਿਡਨੀ ਦੀ ਕਿਉਂਕਿ ਪ੍ਰੋਬਲਮ ਸੀ, ਕਿਡਨੀ ਡੋਨੇਟ ਦੂਸਰੀ ਹੁੰਦੀ ਹੈ ਆਫਟਰ ਆਲ, ਜਿਹੜਾ ਅੰਗ ਤਾਂ ਕਿਸੇ ਦੂਸਰੇ ਦਾ ਹੀ ਹੈ ਨਾ। ਅਤੇ ਉਹਦੇ ਲਈ ਫਿਰ ਮੈਡੀਕਲੀ ਸਟਰੋਂਗ ਨਹੀਂ ਸੀ ਦੇ ਸਕਦੇ ਕੋਈ ਮੈਡੀਸਨ। ਅਤੇ ਜਦੋਂ ਵੀ ਕੋਈ ਦਿੰਦੇ ਸੀ ਉਹ ਕਿਡਨੀ ਇਫੈਕਟ ਕਰਦੀ ਸੀ। ਤਾਂ ਉਹਨਾਂ ਨੇ ਆਪਣੀਆਂ ਐਫਰਟਸ ਲਾ ਕੇ ਦੇਖ ਲਈਆਂ ਸੀ। ਮੈਂ ਵੀ ਕੋਸ਼ਿਸ਼ ਕੀਤੀ ਕਿ ਦਿੱਲੀ ਸ਼ਿਫਟ ਹੋ ਜਾਏ, ਉੱਥੇ ਏਮਸ ਵਗੈਰਾ 'ਚ ਕੁਛ ਕਰੀਏ ਉਪਰਾਲਾ, ਲੇਕਿਨ ਮੌਕਾ ਨਹੀਂ ਮਿਲ ਸਕਿਆ। ਹੱਥੋਂ ਨਿਕਲ ਗਿਆ। ਬਹੁਤ ਵੱਡਾ ਬੰਦਾ, ਰੇਤ ਦੀ ਤਰ੍ਹਾਂ ਕਰ ਗਿਆ। ਨਿੱਜੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਘਾਟਾ ਮਹਿਸੂਸ ਕਰਦੇ ਹੋ ਉਹਨਾਂ ਦਾ? ਨਿੱਜੀ ਜ਼ਿੰਦਗੀ 'ਚ ਤੁਸੀਂ ਦੇਖ ਲਓ ਕਿ ਉਹ ਇਸ ਤੋਂ ਬਦਕਿਸਮਤ ਕੌਣ ਬੰਦਾ ਹੁੰਦਾ ਵੀ ਵਾਕਫੀਅਤ ਇੰਨੀ ਹੋਵੇ ਕਿ ਗਿਣੀ ਨਾ ਜਾਵੇ, ਅਤੇ ਯਾਰ ਇੱਕ ਵੀ ਨਾ ਰਵੇ, ਤਾਂ ਫਾਇਦਾ ਕੀ ਜੀਣ ਦਾ? ਇਹੀ ਮੇਰੇ ਨਾਲ ਹੋਇਆ। ਜਿਹਨੇ ਮੇਰੇ ਰਿਕਾਰਡ ਬਣਾਏ ਸੀ ਨਾ, ਮੇਰੇ ਪਿੰਡ ਦਾ ਮੇਰਾ ਪਿਆਰਾ ਵੀਰ ਸਤਨਾਮ ਸਿੰਘ ਗਿੱਲ ਉਹਦਾ ਨਾਂ ਆ। ਪਹਿਲਾ ਰਿਕਾਰਡ ਮੇਰਾ ਉਹਨੇ ਬਣਾਇਆ ਸੀ, ਪਿੰਡੋਂ ਲੈ ਕੇ ਗਿਆ ਸੀ। ਅਤੇ ਉਹਨਾਂ ਦੀ ਵੀ ਡੈਥ ਹੋ ਗਈ ਸੀ 2 ਸਾਲ ਪਹਿਲਾਂ ਹੋ ਗਿਆ ਜਰਮਨ 'ਚ।
ਤੇ ਇਹ ਹੁਣ ਮੇਰਾ ਦੋਸਤ ਸੀ, ਇਹਦੀ ਹੋ ਗਈ। ਤੇ ਕਹਿੰਦੇ ਨਾ ਕਿ ਤੂੰ तकल्लुफ़ को भी अखलास समझता है फराज, दोस्त होता नहीं हर हाथ मिलाने वाला। वाकफियत की तो कोई कमी नहीं है, एज आ आर्टिस्ट भी बहुत लंबा घेरा है, दोस्त बहुत घट रह गए। ਉਹਦੇ ਲਈ ਇੱਕ ਖਾਸ ਤਰ੍ਹਾਂ ਦਾ ਲੋਨਲੀਨੈਸ ਜੀ, ਜਦੋਂ ਇਕੱਲੇ ਬੈਠਦੇ ਆ, ਕਹਿੰਦੇ ਭੀੜ ਮੇ ਵੀ ਤਨਹਾ ਦਿਖਾਈ ਦੇਤਾ ਹੈ। ਤੇ ਇਹੋ ਜਿਹੀ ਹਾਲਤ ਹੀ ਹੈ, ਬਸ ਭੀੜ ਬਹੁਤ ਹੈ, ਦੋਸਤ ਨਹੀਂ। ਇੱਕ ਅੱਧਾ ਦੋਸਤ ਹੈ ਜ਼ਿੰਦਗੀ 'ਚ, ਉਹ ਵੀ ਬਲੈਤ ਬੈਠਾ, ਇੱਕ ਦੁਬਈ 'ਚ ਹੈ ਮੇਰਾ ਪਿਆਰਾ ਵੀਰ ਬਾਸੀ ਸਾਹਿਬ ਹੈ, ਪ੍ਰਵਿੰਦਰ ਹੈ, ਬਸ। ਤੇ ਅਸੀਂ ਆਪਸ ਵਿੱਚ ਵੀ ਇੰਟਰਕਨੈਕਟਡ ਸੀ। ਚੀਮਾ ਉੱਥੇ ਬੈਠਾ ਹੈ, ਪਰ ਉਹ ਵੱਡਾ ਵੀਰ ਹੈ, ਕੈਨੇਡਾ ਆ। ਬਲਦੇਵ ਮਸਤਾਨਾ UK ਸਾਹਿਬ UK ਆ। ਤੇ ਹੁਣ ਕਰੀਏ ਕਿ ਵਿਦੇਸ਼ 'ਚ ਬੈਠੇ ਆ। ਤੇ ਇੱਥੇ ਜਦੋਂ ਦਿੱਲੀ ਤੋਂ ਆਈਦਾ ਸੀ, ਖੰਨੇ ਰੁਕ ਜਾਈਦਾ, ਚਾਹ ਚੂ ਪੀਦੀ ਆ। ਉਹ ਇੱਧਰ ਪ੍ਰੋਗਰਾਮ 'ਤੇ ਆਉਂਦੇ, ਇੱਥੇ ਰੁਕ ਜਾਂਦੇ ਸੀ। ਅਸੀਂ ਕਿਹੜਾ ਇੱਕ ਦੂਜੇ ਨੂੰ ਦੱਸ ਕੇ ਆਉਂਦੇ ਸੀ। ਤੇ ਉਹ ਇੱਕ ਸਲਾਹ ਜਿਹੀ ਟੁੱਟ ਜਾਂਦੀ ਆ। ਤੁਸੀਂ ਇਕੱਲਾਪਨ ਜਿਹੜਾ ਨਾ, ਉਹ ਰੱਬ ਨਾ ਕਿਸੇ ਨੂੰ ਦੇਵੇ। ਅਖੀਰ ਦੇ ਵਿੱਚ ਕੋਈ ਉਹਨਾਂ ਦੀ ਯਾਦ ਦੇ ਵਿੱਚ ਜੇ ਉਹਨਾਂ ਨੂੰ ਕੋਈ ਗੀਤ ਡੈਡੀਕੇਟ ਕਰਨਾ ਚਾਹੋ ਤੁਸੀਂ, ਜੇ ਉਹਨਾਂ ਦਾ ਹੋ ਜੇ ਤਾਂ ਉਹ ਹੋਰ ਵਧੀਆ ਗੱਲ ਹੈ ਕਿ ਤੁਸੀਂ ਕੁਝ ਆਪਣੀ ਆਵਾਜ਼ ਦੇ ਵਿੱਚ ਉਹਨਾਂ ਨੂੰ ਕੋਈ ਚੀਜ਼ ਡੈਡੀਕੇਟ ਕਰੋ। ਉਹਨਾਂ ਦੇ ਅਨੇਕਾਂ ਗਾਣੇ ਸੀਗੇ, ਗਾਉਣ ਨੂੰ ਮਨ ਨਹੀਂ ਕਰਦਾ। ਹੁਣ ਮੈਂ ਕੋਸ਼ਿਸ਼ ਕੀਤੀ ਸੀ, ਉਹ ਕਿਸੇ ਹੋਰ ਚੈਨਲ ਲਈ ਤੁਸੀਂ ਦੇਖਿਆ। ਅਜੇ ਥੋੜਾ ਟਾਈਮ ਲੱਗੇਗਾ ਸੁਰਾਂ ਨੂੰ ਤੇ ਦਿਲ ਨੂੰ ਸੰਭਲਦਿਆਂ। ਗਾਊਂਗਾ ਮੈਂ ਅਗਲੀ ਮੁਲਾਕਾਤ 'ਚ, ਥੋੜਾ ਕੁਛ ਨਾ ਕੁਛ ਕਰਾਂਗੇ। ਕੋਸ਼ਿਸ਼ ਕੀਤੀ ਮੈਂ, ਹੁਣੇ ਮੇਰੇ ਤੋਂ ਗਾ ਹੀ ਨਹੀਂ ਹੋਇਆ। ਇਮੋਸ਼ਨਲੀ ਜਿਹਾ ਸਾਰੀ ਕੈਫੀਅਤ ਜੀ ਚੱਲ ਰਹੀ ਹੈ। ਸੁਣਾਉਂਗਾ ਮੈਂ ਅਗਲੀ ਵਾਰੀ। ਧੰਨਵਾਦ ਤੁਸੀਂ ਸਮਾਂ ਦਿੱਤਾ। ਸੋ ਸੂਫੀ ਗਾਇਕ ਹੰਸਰਾਜ ਹੰਸ ਜੀ ਦੇ ਨਾਲ ਮੁਲਾਕਾਤ ਕਰਕੇ, ਹਾਲਾਂਕਿ ਇਹ ਸਿਆਸਤਦਾਨ ਵੀ ਨੇ, ਪਰ ਸਿਆਸਤਦਾਨ ਇੱਕ ਪਾਸੇ ਰੱਖ ਕੇ ਦੋਸਤ ਨੇ ਸਰਦੂਲ ਸਿਕੰਦਰ ਸਾਹਿਬ ਹੋਣਾ ਦੇ, ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਜ਼ਰੂਰੀ ਵੀ ਹੈ ਕਿਉਂਕਿ ਐਡਾ ਵੱਡਾ ਸ਼ਖਸ ਸਾਡੇ ਵਿੱਚੋਂ ਜਾਣਾ ਬਹੁਤ ਵੱਡੀ ਗੱਲ ਆ, ਮਾਇਨੇ ਰੱਖਦੀਆਂ ਨੇ ਚੀਜ਼ਾਂ। ਉਹਨਾਂ ਨੂੰ ਯਾਦ ਕਰਦੇ ਰਹਿਣਾ ਸਮੇਂ-ਸਮੇਂ ਦੇ ਉੱਪਰ ਬੇਹੱਦ ਜ਼ਰੂਰੀ ਹੈ। ਕੁਝ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਦੱਸੀਆਂ ਕਿ ਕਿਹੋ ਜਿਹਾ ਸੁਭਾਅ ਸੀਗਾ, ਕਿਸ ਤਰੀਕੇ ਨਾਲ ਇਹਨਾਂ ਦੀਆਂ ਯਾਦਾਂ ਜੁੜੀਆਂ ਨੇ, ਤਾਂ ਸਾਡੇ ਜ਼ਿਹਨ ਦੇ ਵਿੱਚ, ਸਾਡੇ ਖਿਆਲਾਂ ਦੇ ਵਿੱਚ ਉਹਨਾਂ ਦਾ ਰਹਿਣਾ ਬੇਹੱਦ ਜ਼ਰੂਰੀ ਹੈ। ਇਸੇ ਕਰਕੇ ਉਹਨਾਂ ਦੀਆਂ ਯਾਦਾਂ ਨੂੰ ਅਸੀਂ ਅੱਜ ਫਿਰ ਤਾਜ਼ਾ ਕੀਤਾ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।